ਸਭ ਨੂੰ ਉਹਦੀ ਫਤਿਹ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਟਾਈਮ ਪਹਿਲਾਂ ਮਨੀਸ਼ ਨੇ ਮੇਰੇ ਨਾਲ ਗੱਲਬਾਤ ਕੀਤੀ ਮੰਚ ਬਾਰੇ, ਏਕਤਾ ਮੰਚ ਬਾਰੇ, ਕਿ ਅਸੀਂ ਇੱਕ ਮੰਚ ਕਾਇਮ ਕੀਤਾ ਜਿਹਦੇ ਵਿੱਚ ਸਾਰੇ ਵਪਾਰੀਆਂ ਨੂੰ ਇੰਟਲੈਕਚੁਅਲ ਬੋਡੀਜ਼ ਦੇ ਤੌਰ 'ਤੇ ਅਸੀਂ ਇਹਨੂੰ ਬਣਾਵਾਂਗੇ। ਸ਼ਹਿਰ ਦੀ ਡਿਵੈਲਪਮੈਂਟ ਨੂੰ ਮੁੱਖ ਰੱਖਾਂਗੇ, ਸੇਵਾ ਨੂੰ ਮੁੱਖ ਰੱਖਾਂਗੇ ਔਰ ਪੋਲੀਟੀਕਲ ਪਾਰਟੀਜ਼ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਹੋਏਗਾ। ਇਹ ਰਾਜਨੀਤਿਕ ਬਿਲਕੁਲ ਨਹੀਂ ਹੋਏਗਾ। ਬੜੀ ਖੁਸ਼ੀ ਹੋਈ ਸੀ ਜਾਣ ਕੇ ਕਿ ਕੋਈ ਇੱਕ ਹੈਲਥੀ ਬੋਡੀ ਸਾਹਮਣੇ ਆਏਗੀ ਜਿਹੜੀ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਬਾਰੇ ਔਰ ਸ਼ਹਿਰ ਦੇ ਲੋਕਾਂ ਦੀਆਂ ਭਾਵਨਾਵਾਂ ਬਾਰੇ ਸੋਚ ਸਕੇਗੀ, ਖਾਸ ਤੌਰ ਤੇ ਵਪਾਰੀ ਵਰਗ ਬਾਰੇ। ਜ਼ਿਆਦਾ ਲੰਬਾ ਨਹੀਂ ਜਾਂਦੇ ਆਪਾਂ। ਮੈਂ ਇੱਕ ਕੰਮ ਕਰਨ ਵਾਲਾ ਜੀ ਹਾਂ ਜੀ। ਮੇਰਾ ਡਿਵੈਲਪਮੈਂਟ ਮੇਰਾ ਸ਼ੌਕ ਹੈ ਔਰ ਡਿਵੈਲਪਮੈਂਟ ਜਿਹੜੀ ਹੈ ਉਹ ਸ਼ੌਕ ਤੋਂ ਬਿਨਾਂ ਔਰ ਵਿਲ ਪਾਵਰ ਤੁਹਾਡੇ 'ਚ ਕੰਮ ਕਰਨ ਦੀ ਨਾ ਹੋਵੇ, ਇਹ ਸੰਭਵ ਨਹੀਂ ਹੈ। ਪਿਛਲਾ ਟਾਈਮ ਜਿਹੜਾ ਅਸੀਂ ਖਰਾਬ ਕੀਤਾ ਸ਼ਹਿਰ ਨੇ ਜਾਂ ਪੂਰੇ ਹਲਕੇ ਨੇ, ਪਿਛਲੇ 20 ਸਾਲ ਤੋਂ ਮੈਂ ਸਰਗਰਮ ਹਾਂ ਅਕਾਲੀ ਦਲ ਦੇ ਵਿੱਚ, ਔਰ ਜਿਹੜੇ ਜਿਹੜੇ ਇੱਕ ਪੋਟੈਂਸ਼ੀਅਲ ਲੈ ਕੇ, ਜਿਹੜਾ ਇੱਕ ਜਨੂਨ ਲੈ ਕੇ ਮੈਂ ਪਾਰਟੀ ਜੁਆਇਨ ਕੀਤੀ ਸੀ, ਉਹ ਥੋੜੀ ਦੇਰ 'ਚ ਹੀ ਖਤਮ ਹੋ ਗਿਆ ਸੀ। ਏਜ ਮੇਰੀ ਬੜੀ ਥੋੜੀ ਸੀ ਉਦੋਂ, 26-27 ਸਾਲ ਦੀ ਉਮਰ ਦੇ ਵਿੱਚ ਮੈਂ ਬਲਾਕ ਸੰਮਤੀ ਪਹਿਲੀ ਇਲੈਕਸ਼ਨ ਲੜੀ ਸੀ। ਉਹ ਥੋੜੀ ਦੇਰ ਦੇ ਵਿੱਚ, 1 ਸਾਲ ਦੇ ਵਿੱਚ ਮੈਨੂੰ ਸਮਝ ਆ ਗਈ ਕਿ ਵੀ ਪਾਰਟੀਆਂ ਕੁਛ ਨਹੀਂ ਕਰਦੀਆਂ ਹੁੰਦੀਆਂ। ਜੇ ਤੁਸੀਂ ਕੁਛ ਕਰਨਾ ਚਾਹੁੰਦੇ ਹੋ, ਜੇ ਤੁਹਾਡੇ ਮਨ ਦੇ ਵਿੱਚ ਕੋਈ ਸਮਾਜ ਵਾਸਤੇ ਕਰਨ ਦੀ ਇੱਛਾ ਹੈ, ਤਾਂ ਤੁਹਾਨੂੰ ਖੁਦ ਹੀ ਕਰਨਾ ਪੈਣਾ। ਪਿੰਡ ਨੇ ਮੈਨੂੰ ਨਾਲ ਦੀ ਨਾਲ ਸਰਪੰਚ ਚੁਣਿਆ। ਉਸ ਸਰਪੰਚੀ ਦੇ ਨਾਲ ਰਾਜਨੀਤਿਕ ਬਦਲਾਖੋਰੀ ਪੈਦਾ ਹੋਈ। ਉਸ ਬਦਲਾਖੋਰੀ ਨੇ ਮੈਨੂੰ ਉਸ ਉਮਰ ਦੇ ਵਿੱਚ ਜੇਲ੍ਹ ਦਿਖਾਈ ਔਰ ਉਹ ਜੇਲ੍ਹ ਜਿਹੜੀ ਨਾ ਇੱਕ ਕਿਸਮ ਦਾ ਨਸੂਰ ਬਣ ਗਈ। ਉਸ ਤੋਂ ਬਾਅਦ ਮੈਨੂੰ ਸਰਪੰਚ ਤੋਂ ਸਸਪੈਂਡ ਕਰਵਾਇਆ, ਕਿਉਂਕਿ ਪੋਲੀਟੀਕਲ ਲੀਡਰ ਜਿਹੜੇ ਨੇ ਉਹ ਜੇ ਪ੍ਰਧਾਨ ਮੰਤਰੀ ਵੀ ਬਣ ਜਾਏ ਨਾ, ਉਹਦੇ ਤੇ ਜੇ ਕੋਈ ਕੇਸ ਹੋ ਜਾਂਦਾ ਜਾਂ ਸੈਂਕੜੇ ਕੇਸ ਚੱਲਦੇ ਆ, ਉਹ ਅਸਰ ਨਹੀਂ ਕਰਦੇ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਤੁਸੀਂ ਹੁਣ ਪੋਲੀਟੀਕਲ ਬੰਦਿਆਂ ਦੀਆਂ ਫਾਈਲਾਂ ਖੋਲ੍ਹੋ ਤੇ ਬਹੁਤੇ ਕ੍ਰਿਮੀਨਲ ਨਿਕਲਣੇ ਆ ਜਿੰਨੇ ਵੀ ਇਲੈਕਸ਼ਨ ਲੜਦੇ ਆ, ਪਰ ਨਾ ਤਾਂ ਉਹਨਾਂ ਨੂੰ ਇਲੈਕਸ਼ਨ ਲੜਨ ਤੋਂ ਰੋਕਿਆ ਜਾਂਦਾ, ਨਾ ਉਹਨਾਂ ਦਾ ਉਸ ਚੀਜ਼ ਤੇ ਕੋਈ ਅਸਰ ਹੁੰਦਾ, ਨਾ ਉਹਨਾਂ ਨੂੰ ਕਿਸੇ ਅਹੁਦੇ ਤੋਂ ਸਸਪੈਂਡ ਕੀਤਾ ਜਾਂਦਾ। ਪਰ ਸਰਪੰਚ ਜਿਹੜਾ ਹੈ ਨਾ, ਜੇ ਉਹਦੇ ਤੇ ਕੋਈ ਪਰਚਾ ਹੋ ਜਾਵੇ, ਉਹਨੂੰ ਮੋਰਲ ਐਟੀਟਿਊਡ ਵਗੈਰਾ ਇੱਕ ਦੇ ਕੇ ਸੈਕਸ਼ਨ ਉਹਦੇ ਤਹਿਤ ਸਸਪੈਂਡ ਕਰ ਦਿੱਤਾ ਜਾਂਦਾ। ਮੈਂ ਸਸਪੈਂਸ਼ਨ ਵੀ ਚੱਲੀ ਔਰ ਨਾਲ ਦੀ ਨਾਲ ਫਿਰ ਮੈਂ ਇੱਕ ਸਸਪੈਂਸ਼ਨ ਤੋਂ ਬਾਅਦ ਸਰਪੰਚਾਂ ਪੰਚਾਂ ਦੇ ਅਧਿਕਾਰਾਂ ਤੱਕ ਉਹਨਾਂ ਨੂੰ ਜਾਣੂ ਕਰਵਾਉਣ ਲਈ, ਨਾਲ ਵਾਤਾਵਰਨ ਦਾ ਮੁੱਦਾ ਲੈ ਕੇ, ਨਾਲ ਦੀ ਨਾਲ ਗਰਲ ਫੋਟੀਸਾਈਡ ਉਸ ਵੇਲੇ ਬਹੁਤ ਜ਼ੋਰਾਂ ਤੇ ਸੀ 2004-05 ਦੀ ਗੱਲ, ਕਿ ਭਰੂਣ ਹੱਤਿਆ ਇਸ ਹੱਦ ਤੱਕ ਸੀ ਕਿ ਆਪਣੇ ਪੰਜਾਬ ਦੇ ਵਿੱਚ ਹੀ ਜਿਹੜਾ ਨਾ ਉਹ 1000 ਦੇ ਪਿੱਛੇ 800 ਲੜਕੀ ਸੀ। ਵਾਤਾਵਰਨ, ਸਰਪੰਚਾਂ ਦੇ ਅਧਿਕਾਰ ਤੇ ਗਰਲ ਫੋਟੀਸਾਈਡ, ਇਹ 3 ਮੁੱਦੇ ਲੈ ਕੇ ਮੈਂ ਇੱਕ ਆਰਗੇਨਾਈਜੇਸ਼ਨ ਬਣਾਈ ਸੀ, ਜਿਹਦਾ ਕਰਕੇ ਮੈਨੂੰ ਇਹ ਏਕਤਾ ਮੰਚ ਜਿਹੜਾ ਨਾ ਮੈਨੂੰ ਲੱਗਿਆ ਕਿ ਇਹਦੀ ਜ਼ਰੂਰਤ ਹੈ। ਸ਼ਾਇਦ 10 ਸਾਲ ਮੈਂ ਉਹਦੇ ਤਹਿਤ ਕੰਮ ਕੀਤਾ। ਪੋਲੀਟੀਕਲ ਪਾਰਟੀ ਨਾਲ ਮੇਰਾ ਕੋਈ ਇਲੈਕਸ਼ਨ ਤੋਂ ਬਿਨਾਂ ਹੋਰ ਕੋਈ ਨੇੜੇ ਦਾ ਸੰਬੰਧ ਨਹੀਂ ਰਿਹਾ। ਸਮਰਾ ਸਾਹਿਬ ਦੇ ਨਾਲ ਥੋੜਾ ਜਾਤੀ ਹੋ ਗਿਆ, ਕਿਉਂਕਿ ਇਹ ਜਿਹੜਾ ਨਾਇਨਸਾਫੀ ਮੇਰੇ ਨਾਲ ਹੋਈ ਸੀ, ਪਰਚੇ ਵਾਲੀ ਤੇ ਜੇਲ੍ਹ ਵਾਲੀ, ਉਹ ਸਮਰਾ ਸਾਹਿਬ ਨੇ ਕਰਵਾਈ ਸੀ ਜਾਂ ਕਿਸ ਨੇ ਕਰਵਾਈ ਸੀ, ਉਹ ਵਿਸ਼ਾ ਨਹੀਂ ਹੈ ਹੁਣ ਇਸ ਦਾ, ਕਿ ਉਹ ਗੱਲ ਕਰਨ ਦਾ ਹੁਣ ਕੋਈ ਟਾਈਮ ਵੀ ਨਹੀਂ ਹੈ। ਪਰ ਮੈਂ ਉਸ ਤਹਿਤ ਬੜਾ ਕੰਮ ਕੀਤਾ ਔਰ ਬੜੇ 5 ਲੱਖ ਤੱਕ ਆਈ ਥਿੰਕ ਅਸੀਂ ਪਲਾਂਟ ਲਗਾਏ। ਜਸਪ੍ਰੀਤ ਗਵਾਹ ਇਸ ਗੱਲ ਦਾ, ਕਿਉਂਕਿ ਇਹ ਜਨਰੇਸ਼ਨ ਉਦੋਂ ਮੈਂ ਆਪਣੇ ਨਾਲ ਚਲਾਈ ਸੀ। ਬਹੁਤ ਸਾਰੇ ਇਸ ਸ਼ਹਿਰ ਦੇ ਵਿੱਚੋਂ ਆਈ ਥਿੰਕ 100 ਦੇ ਕਰੀਬ
ਵਲੰਟੀਅਰ ਸੀਗੇ ਜਿਹੜੇ ਦਿਨ ਰਾਤ ਕੰਮ ਕਰਦੇ ਸੀ ਔਰ ਕੀਤਾ ਇਹਨਾਂ ਨੇ ਬਹੁਤ ਕੰਮ ਕੀਤਾ ਔਰ ਅਸੀਂ ਗਰਲ ਫੋਰਟੀਸਾਈਡ ਤੇ ਬੜਾ ਕੰਮ ਕੀਤਾ ਜੀ ਔਰ ਸਾਡਾ ਉਹ ਜਿਹੜਾ ਸੀ ਨਾ ਕੰਮ ਆਇਆ ਔਰ ਪਿੰਡਾਂ ਦੇ ਵਿੱਚ ਰੇਸ਼ੋ ਜਿਹੜੀ ਸੀ ਉਹ ਬਰਾਬਰ ਹੋਣ ਲੱਗ ਗਈ। ਬਹੁਤ ਸਾਰੇ ਪਿੰਡਾਂ ਸੀ ਕੁਝ ਹੀ ਸਾਲਾਂ ਦੇ ਵਿੱਚ ਉਹਨਾਂ ਦੀ ਰੇਸ਼ੋ ਲੜਕਿਆਂ ਦੇ ਬਰਾਬਰ ਆ ਕੇ ਕਈਆਂ ਪਿੰਡਾਂ ਦੇ ਵਿੱਚ ਵੱਧ ਗਈ ਸੀ। ਫਿਰ ਅਕਾਲੀ ਦਲ ਨੇ ਨੰਨੀ ਸ਼ਾਹ ਪੈਦਾ ਕਰ ਦਿੱਤੀ ਜੀ ਔਰ ਸਾਡੇ ਮੁੱਦੇ ਹਾਈਜੈਕ ਹੋ ਗਏ। ਵਾਤਾਵਰਣ ਵੀ ਲੈ ਗਏ, ਗਰਲ ਫੋਰਟੀਸਾਈਡ ਵਾਲਾ ਵੀ ਲੈ ਗਏ। ਫਿਰ ਮੈਂ ਵਿਡਰਾਅ ਕੀਤਾ ਆਪਣੇ ਆਪ ਨੂੰ ਕਿ ਤੁਸੀਂ ਆਜ਼ਾਦ ਤੌਰ ਤੇ ਕੰਮ ਨਹੀਂ ਕਰ ਸਕਦੇ, ਪਰ ਮੈਂ ਏਕਤਾ ਮੰਚ ਤੋਂ ਇਹ ਐਕਸਪੈਕਟ ਨਹੀਂ ਕਰੂੰਗੀ ਕਿ ਕਿਸੇ ਪੋਲੀਟੀਕਲ ਪਾਰਟੀ ਦੀ ਭੇਟ ਚੜੇ। ਇਹ ਤੁਹਾਡਾ ਉਪਰਾਲਾ ਜਿਹੜਾ ਤੁਸੀਂ ਕੀਤਾ ਬਹੁਤ ਸਾਰਥਕ ਗਿਆ ਔਰ ਪਰਮਾਤਮਾ ਕਰੇ ਕੱਲ ਨੂੰ ਸਰਕਾਰ ਬਣਦੀ ਹੈ, ਮੈਂ ਪਾਵਰ 'ਚ ਹੁੰਦੀ ਹਾਂ, ਤੁਸੀਂ ਮੈਨੂੰ ਜਿਤਾਉਂਦੇ ਹੋ ਤੇ ਮੈਂ ਇਹਨੂੰ ਪੂਰਨ ਸਪੋਰਟ ਵੀ ਕਰੂੰਗੀ, ਹਮੇਸ਼ਾ ਸਮਰਥਨ ਕਰੂੰਗੀ। ਹੁਣ ਹੈ ਆਪਣੇ ਸ਼ਹਿਰ ਦੀ ਡਿਵੈਲਪਮੈਂਟ ਦਾ ਜਾਂ ਪੂਰੀ ਹਲਕੇ ਦੀ ਡਿਵੈਲਪਮੈਂਟ ਜਿਹੜੀ ਹੈ। ਆਪਣਾ ਨਕੋਦਰ ਸ਼ਹਿਰ ਇਹ ਜੂਝਦਾ ਇੱਕ ਕਿਸਮ ਦਾ, ਜਿੰਨਾ ਪੈਸਾ ਨਕੋਦਰ ਸ਼ਹਿਰ 'ਚ ਹੁਣ ਤੱਕ ਆ ਸਕਿਆ ਆਇਆ ਪਿਛਲੇ 20 ਸਾਲਾਂ ਦੇ ਵਿੱਚ, ਹੁਣ ਤੱਕ ਇਹਨੂੰ ਇੱਕ ਮਾਡਲ ਸ਼ਹਿਰ ਬਣ ਜਾਣਾ ਚਾਹੀਦਾ ਸੀ ਜਿਹਦੇ ਵਿੱਚ ਦੇਖਣ ਲਈ ਕੁਛ ਨਹੀਂ, ਡਾਊਨ ਚਲਾ ਗਿਆ। ਮੈਂ ਕੱਲ ਨੂੰ ਇੱਕ ਆਪਣੇ ਸ਼ਹਿਰ ਦਾ ਇਕੱਲਿਆਂ ਨੇ ਇੱਕ ਹੋਰ ਮੈਂ ਚੀਜ਼ ਤੁਹਾਨੂੰ ਦੱਸਣੀ ਚਾਹੂੰਗੀ ਕਿ ਮੈਂ ਕੋਈ ਵੀ ਕੰਮ ਮੈਂ ਸਰਪੰਚ ਦੀ, ਜਦੋਂ ਮੈਂ ਸਰਪੰਚ ਵੀ ਬਣੀ ਸੀ ਨਾ ਜੀ, ਮੇਰੇ ਪਿੰਡ ਦੇ ਬਜ਼ੁਰਗ ਹੁੰਦੇ ਸੀ, ਹੁਣ ਤਾਂ ਹੈ ਨਹੀਂ ਉਹਨਾਂ ਦੇ ਵਿੱਚੋਂ ਕੋਈ। ਬਜ਼ੁਰਗ ਹੁੰਦੇ ਸੀ, ਸਾਬਕਾ ਸਰਪੰਚ ਹੁੰਦੇ ਸੀ, ਸਾਬਕਾ ਪੰਚ ਹੁੰਦੇ ਸੀ, ਲੰਬੜਦਾਰ ਹੁੰਦੇ ਸੀ, ਜਿਨ੍ਹਾਂ ਦਾ ਮੈਂ ਇੱਕ ਪੈਨਲ ਬਣਾ ਰੱਖਿਆ ਸੀ ਤਕਰੀਬਨ 15 ਕੁ ਬੰਦਿਆਂ ਦਾ। ਮੈਂ ਕਦੀ ਇੱਕ ਵੀ ਪੰਚਾਇਤ ਉਹਨਾਂ ਦੀ ਹਾਜ਼ਰੀ ਬਿਨਾਂ ਨਹੀਂ ਸੀ ਲਾਈ। 5 ਸਾਲ ਮੈਨੂੰ ਉਹਨਾਂ ਨੇ ਟ੍ਰੇਨਡ ਕਰ ਦਿੱਤਾ ਤਾਂ ਕਿ ਮੈਂ ਉਸ ਤੋਂ ਬਾਅਦ ਉਹਨਾਂ ਤੋਂ ਬਿਨਾਂ ਵੀ ਚੱਲ ਸਕਾਂ। ਮੈਂ ਤੁਹਾਡੇ ਵਿੱਚੋਂ ਸਧਾਰਨ ਹਾਂ ਪਰ ਕੰਮ ਕਰਨ ਦੀ ਇੱਛਾ ਰੱਖਦੀ ਹਾਂ। ਇਲੈਕਸ਼ਨ ਤੋਂ ਬਾਅਦ ਅਸੀਂ ਇੱਕ ਇਸ ਸ਼ਹਿਰ ਦਾ ਜਾਂ ਨੂਰੀਆ ਸ਼ਹਿਰ ਦੇ ਜਾਂ ਵਿਲਗੇ ਦੀਆਂ ਡਿਵੈਲਪਮੈਂਟਸ ਦੀਆਂ ਉੱਥੇ ਬੜੀਆਂ ਜ਼ਰੂਰਤ ਹੈ ਹਰ ਸ਼ਹਿਰ ਦੇ ਵਿੱਚ। ਅਸੀਂ ਇੱਕ ਮੇਰਾ ਆਪਣਾ ਇਹ ਮੰਨਣਾ ਕਿ ਜਿਵੇਂ ਤੁਹਾਡੀਆਂ ਇਹ NGOs ਨੇ, ਇਹੋ ਜਿਹੀਆਂ NGOs ਜਿਹੜੀਆਂ ਨਾ ਉਹਨਾਂ ਦੇ ਪੈਨਲ ਦੇ ਨਾਲ ਮਿਲ ਕੇ ਉਹਨਾਂ ਦੀਆਂ ਸੁਜੈਸ਼ਨਸ ਲੈ ਕੇ ਉਹਨਾਂ ਦੇ ਕੋਲੋਂ, ਕਿਉਂਕਿ ਜਿੰਨਾ ਤੁਸੀਂ ਜਾਣਦੇ ਹੋ ਅੰਦਰ ਤੱਕ ਸ਼ਹਿਰ ਨੂੰ ਉਹਨਾਂ ਮੈਂ ਨਹੀਂ ਜਾਣ ਸਕਦੀ। ਮੈਂ ਸਿਰਫ ਬਾਹਰੋਂ ਦੇਖ ਰਹੀ ਹਾਂ, ਤੁਸੀਂ ਸਾਰਾ ਕੁਝ ਫੇਸ ਕਰ ਰਹੇ ਹੋ, ਝੇਲ ਰਹੇ ਹੋ ਆਪਣੇ ਆਪ ਦੇ ਉੱਤੇ। ਅਸੀਂ ਇੱਕ ਪ੍ਰੋਪਰ ਹਰ ਸ਼ਹਿਰ ਦੀ ਮੈਂ ਇੱਕ ਟੀਮ ਬਣਾਉਂਗੀ ਕਾਉਂਸਲਰਸ ਤੋਂ ਇਲਾਵਾ। ਮੈਨੂੰ ਇਹ ਗੱਲ ਕਈ ਇੰਟੈਲੈਕਚੁਅਲ ਪਰਸਨਸ ਤੋਂ, ਪ੍ਰੋਮੀਨੈਂਟ ਪਰਸਨਸ ਤੋਂ ਸੁਣਨ ਨੂੰ ਮਿਲੀ ਹੈ, ਮੈਂ ਮਹਿਸੂਸ ਵੀ ਕੀਤੀ ਹੈ ਕਿ ਸ਼ਹਿਰ ਦੀ ਜਿਹੜੀ ਕਰੀਮ ਹੁੰਦੀ ਹੈ ਨਾ, ਉੱਪਰਲੇ ਦਰਜੇ ਦੇ ਲੋਕ ਜਿਹੜੇ ਉੱਚੀ ਸੋਚ ਰੱਖਦੇ ਆ, ਜਿਨ੍ਹਾਂ ਦੀ ਸੋਚ ਦੇ ਨਾਲ ਸਾਨੂੰ ਫੈਸਲੇ ਲੈਣੇ ਚਾਹੀਦੇ ਆ। ਇਲੈਕਸ਼ਨ ਤੋਂ ਬਾਅਦ ਕਦੀ ਵੀ ਕਿਸੇ ਨੇ ਕਿਸੇ ਸ਼ਹਿਰ ਦੇ ਪ੍ਰੋਮੀਨੈਂਟ ਪਰਸਨ ਦੀ ਸਲਾਹ ਨਹੀਂ ਲਈ ਜਾਂ ਕਿਸੇ ਨੂੰ ਰਿਗਾਰਡ ਨਹੀਂ ਦਿੱਤਾ ਜਾਂ ਕਦੀ ਕਿਸੇ ਨੂੰ ਸੱਦਿਆ ਤੱਕ ਨਹੀਂ ਕਿਸੇ ਫੰਕਸ਼ਨਾਂ ਦੇ ਵਿੱਚ ਜਾਂ ਕਿਸੇ ਪ੍ਰੋਗਰਾਮ ਦੇ ਵਿੱਚ। ਇਹ ਸਰਾਸਰ ਗਲਤ ਹੈ। ਜੇ ਮੈਂ ਅੱਜ ਸਿਰਫ ਨਕੋਦਰ ਸ਼ਹਿਰ ਦੀ ਗੱਲ ਕਰਾਂ ਤੇ ਅਸੀਂ ਇੱਕ ਪੈਨਲ ਬਣਾਵਾਂਗੇ ਜਿਹਦੇ ਵਿੱਚ ਹਰ ਤਰ੍ਹਾਂ ਦਾ ਸ਼ਹਿਰ ਦਾ ਤਬਕਾ, ਡਾਕਟਰਸ ਵੀ ਹੋਣਗੇ, ਵਕੀਲ ਵੀ ਹੋਣਗੇ, ਵਪਾਰੀ ਵੀ ਹੋਣਗੇ, ਛੋਟੇ ਵਪਾਰੀ ਵੀ ਹੋਣਗੇ, ਜਾਂ ਜਿਹੜੀਆਂ ਹਸਤੀਆਂ ਹੋਣੀਆਂ ਚਾਹੀਦੀਆਂ ਉਹ ਬਣਾ ਕੇ ਉਸ ਤੋਂ ਬਾਅਦ ਅਸੀਂ ਮਾਸਟਰ ਪਲਾਨ ਤਿਆਰ ਕਰਾਂਗੇ ਸ਼ਹਿਰ ਦਾ। ਜ਼ਰੂਰੀ ਚੀਜ਼ਾਂ ਉਹਦੇ ਵਿੱਚ ਰੱਖਾਂਗੇ। ਮੇਰਾ ਕੰਮ ਕਰਨ ਦਾ ਇਹੀ ਤਰੀਕਾ, ਔਰ ਮੈਂ ਉਹੀ ਪੰਚਾਇਤ ਇੱਕ ਗਵਰਨਮੈਂਟ ਹੀ ਹੁੰਦੀ ਹੈ, ਇਹੀ ਤਰੀਕਾ ਮੈਂ ਅਡਾਪਟ ਕਰੂੰਗੀ। ਤੁਹਾਨੂੰ ਸਭ ਨੂੰ ਦੁਬਾਰਾ ਤੋਂ, ਅੱਜ ਤੁਸੀਂ ਮੈਨੂੰ ਬੁਲਾਇਆ ਫਿਰ ਮੈਂ ਬੁਲਾਉਂਗੀ ਕਿ ਆਓ ਜੀ ਬੈਠੋ, ਆਪਾਂ ਸ਼ਹਿਰ ਦਾ ਵਿਕਾਸ ਕਰਨਾ, ਉਹਦੇ ਲਈ ਮੈਨੂੰ ਸੁਜੈਸ਼ਨਸ ਦਿਓ। ਆਪਣਾ ਏਜੰਡਾ ਮੈਂ ਤੁਹਾਡੇ ਸਾਹਮਣੇ ਰੱਖੂੰਗੀ, ਤੁਸੀਂ ਆਪਣਾ ਰੱਖੋਗੇ। ਅਸੀਂ ਇੱਕ ਅੱਛਾ, ਬਹੁਤ ਵਧੀਆ, ਹੈਲਥੀ ਨਾਲ ਐਕਸਪਰਟਸ ਨੂੰ ਲੈ ਕੇ ਇੱਕ ਮਾਡਲ ਸ਼ਹਿਰ ਦਾ ਤਿਆਰ ਕਰਾਂਗੇ, ਇੱਕ ਰੋਡ ਮੈਪ ਤਿਆਰ ਕਰਾਂਗੇ, ਇੱਕ ਜਿਹਦੇ ਤਹਿਤ ਅਸੀਂ ਡਿਵੈਲਪਮੈਂਟ ਸ਼ੁਰੂ ਕਰਾਂਗੇ। ਇਹ ਅਨਪਲੈਨਡ ਕੰਮ ਮੇਰੇ ਵੱਸ ਦਾ ਨਹੀਂ, ਮੈਂ ਨਹੀਂ ਕਰ ਸਕਦੀ। ਜੋ ਇਸ ਵੇਲੇ ਹੋ ਰਿਹਾ, ਅਰਬਾਂ ਰੁਪਈਏ ਨਕੋਦਰ ਦੇ ਸਰਕਾਰ ਦੇ ਜਿਹੜੇ ਆਏ ਆ ਉਹ ਖੂਹ ਖਾਤੇ ਗਏ ਆ, ਕੁਛ ਨਜ਼ਰ ਨਹੀਂ ਆਉਂਦਾ।
ਚਾਹੇ ਤੁਸੀਂ ਅੱਛੇ ਇਲਾਕੇ ਦੇ ਵਿੱਚ ਚਲੇ ਜਾਓ, ਚਾਹੇ ਤੁਸੀਂ ਸਲਮ ਦੇ ਵਿੱਚ ਚਲੇ, ਸਲਮ ਦੀ ਤਾਂ ਹਾਲਾਤ ਇੰਨੇ ਬੁਰੇ ਨੇ। ਮੈਂ ਡੋਰ ਟੂ ਡੋਰ ਕਰਕੇ ਆਈ ਹਾਂ ਮੁਹੱਲਿਆਂ ਦੇ ਵਿੱਚ। ਇੱਧਰ ਬਘਿਆੜਪੁਰਾ ਮੁਹੱਲਾ ਆ, ਉੱਧਰ ਰਹਿਮਾਨਪੁਰਾ ਆ, ਉੱਧਰ ਮੁਹੱਲਾ ਸਰਾਂ ਆ, ਉਸ ਤੋਂ ਅੱਗੇ ਬਾਜੀਗਰ ਬਸਤੀ ਆ। ਉਹ ਇਹ ਵੀ ਹੋ ਗਿਆ ਕਿ ਕੁਦਰਤੀ ਮੈਂ ਬਾਰਿਸ਼ ਹੋਈ ਸੀ, ਉਸ ਤੋਂ ਬਾਅਦ ਮੈਂ ਉੱਥੇ ਗਈ, ਮਤਲਬ ਤੁਹਾਡਾ ਦਮ ਘੁੱਟਦਾ, ਮੈਨੂੰ ਚੱਕਰ ਆਉਂਦੇ ਸੀ ਉੱਥੇ। ਔਰ ਉਹ ਲੋਕ ਉੱਥੇ ਹੀ ਇੱਕ ਇੱਕ ਕਮਰੇ ਦੇ ਵਿੱਚ ਬੈਠ ਕੇ ਗੰਦਗੀ ਦੇ ਵਿੱਚ ਖਾਣਾ ਵੀ ਬਣਾਉਂਦੇ ਆ, ਉਸੇ ਰੂਮ ਦੇ ਵਿੱਚ, ਉਹਦੇ 'ਚ ਹੀ ਉਹਨਾਂ ਦਾ ਵਾਸ਼ਰੂਮ ਵੀ ਆ, ਉਹਦੇ ਵਿੱਚ ਉਹ ਲੋਕ ਸੌਂਦੇ ਵੀ। ਔਰ ਜੋ 20 ਸਾਲ ਪਹਿਲਾਂ ਉੱਥੇ ਸੜਕਾਂ ਜਾਂ ਕਿਸੇ ਤਰੀਕੇ ਦੇ ਹਾਲਾਤ ਸੀਗੇ, ਜਦੋਂ ਮੈਂ ਇਲੈਕਸ਼ਨ ਦੇ ਵਿੱਚ ਸਰਗਰਮੀ ਨਾਲ ਹਿੱਸਾ ਮੈਂ ਸਿਰਫ ਇੱਕ ਵਾਰ ਲਿਆ ਸੀ, ਔਰ ਉਦੋਂ ਹੀ ਮੈਂ ਉਹਨਾਂ ਮੁਹੱਲਿਆਂ ਦੇ ਵਿੱਚ ਗਈ ਸੀ, ਸੇਮ ਪੋਜੀਸ਼ਨ। ਔਰ ਜਿਹੜੇ ਆਪਣੇ ਅੱਛੀਆਂ ਕਲੋਨੀਆਂ ਬਣ ਗਈਆਂ, ਨਵੀਆਂ ਡਿਵੈਲਪ ਹੋ ਗਈਆਂ, ਉਹਦੇ ਵਿੱਚ ਸੀਵਰੇਜ ਤੋਂ ਇਲਾਵਾ ਹੋਰ ਮੈਨੂੰ ਕੁਝ ਨਹੀਂ ਦਿਖਿਆ। ਮਾੜੀਆਂ ਸੜਕਾਂ, ਮਾੜਾ ਮਟੀਰੀਅਲ, ਮਾੜੀਆਂ ਟਾਈਲਾਂ ਜਿਹੜੀਆਂ ਹੋਣ ਲੱਗ ਰਹੀਆਂ। ਇਹ ਇੱਕ ਸੋਚਣ ਵਾਲਾ ਤੇ ਪਹਿਲ ਦੇ ਆਧਾਰ ਤੇ ਇਨਕੁਆਇਰੀ ਹੋ ਕੇ ਹੋਣ ਵਾਲੇ ਕੰਮ ਨੇ ਕਿ ਪਿਛਲਾ ਪੈਸਾ ਕਿੱਥੇ ਆ ਤੇ ਕਿਵੇਂ ਗਿਆ। ਔਰ ਮੈਂ ਚਾਹੂੰਗੀ ਕਿ ਕੱਲ ਨੂੰ ਤੁਸੀਂ ਇਹਦੇ ਵਿੱਚ ਮੇਰਾ ਸਾਥ ਜ਼ਰੂਰ ਦਿਓ। ਸਾਨੂੰ ਇੱਕ ਟ੍ਰਾਂਸਪੇਰੈਂਟ ਕੰਮ ਕਰਨਾ ਪਏਗਾ। ਵਾਕਈ ਮੈਨੂੰ ਬੇਸ਼ੱਕ 5 ਸਾਲ ਮਿਲੇ, ਉਸ ਤੋਂ ਅੱਗੇ ਕੋਈ ਮੈਨੂੰ ਨਾ ਚੁਣੇ, ਪਰ ਕੰਮ ਜਿਹੜਾ ਉਹ ਇਮਾਨਦਾਰੀ ਨਾਲ ਹੋਏਗਾ, ਔਰ ਜਿਹੜਾ ਸਹੀ ਆ ਉਹੀ ਹੋਏਗਾ। ਸ਼ਹਿਰ ਦੀ ਡਿਵੈਲਪਮੈਂਟ ਤੋਂ ਇਲਾਵਾ ਗੰਦਗੀ ਚਾਰ ਚਫੇਰੇ, ਟ੍ਰੀਟਮੈਂਟ ਪਲਾਂਟ ਲੱਗਿਆ ਸ਼ਹਿਰ ਦੇ ਵਿੱਚ, ਉਹਦਾ ਕੋਈ ਮੈਨੂੰ ਸਾਰਥਕ ਨਹੀਂ ਲੱਗਿਆ। ਥਾਂ ਥਾਂ ਤੇ ਗੰਦੇ ਪਾਣੀ ਦੇ ਨਿਕਲ ਰਹੇ ਨੇ ਉਹ ਡਿਸਪੋਜ਼ਲ। ਉਹਦਾ ਕੀ ਫਾਇਦਾ? ਡਿਸਪੋਜ਼ਲ ਜਿਹੜਾ ਜਦੋਂ ਇੱਥੇ ਮੀਂਹ ਪੈਂਦਾ ਉਦੋਂ ਕੀ ਹਾਲਾਤ ਨਕੋਦਰ ਦੇ ਹੁੰਦੇ ਆ, ਉਹ ਅਸੀਂ ਤਾਂ ਆ ਕੇ ਜਦੋਂ ਜੇ ਬਾਰਿਸ਼ ਚਾਹਾਂਗੇ ਤਾਂ ਦੇਖਾਂਗੇ, ਤੁਸੀਂ ਉਹਨਾਂ ਦੇ ਵਿੱਚ ਦੀ ਲੰਘਦੇ ਹੋ। ਅਜੇ ਤੱਕ ਇਹ ਨਹੀਂ ਹੋ ਸਕਿਆ ਕਿ ਜਿਹੜਾ ਸਾਡਾ ਸੀਵਰੇਜ ਪਾਇਆ ਉਹਦੇ ਤੋਂ ਇਲਾਵਾ ਬਾਰਿਸ਼ ਦਾ ਪਾਣੀ ਅਸੀਂ ਰੀਚਾਰਜ ਕਿਉਂ ਨਹੀਂ ਕਰ ਸਕਦੇ। ਛੋਟੇ ਬਾਜ਼ਾਰ ਨੇ, ਸ਼ਹਿਰ ਦੇ ਆਲੇ ਦੁਆਲੇ ਨੇ, ਜਦਕਿ ਸਾਡਾ ਪਾਣੀ ਦਾ ਲੈਵਲ ਇੰਨਾ ਡਾਊਨ ਚਲੇ ਗਿਆ। ਜੇ ਹੋਰ ਕਰੋੜਾਂ ਰੁਪਏ ਸ਼ਹਿਰ ਤੇ ਲੱਗ ਰਹੇ ਆ ਤੇ ਜਗ੍ਹਾ ਜਗ੍ਹਾ ਤੇ ਰੀਚਾਰਜ ਵਾਸਤੇ ਸਿਸਟਮ ਕਿਉਂ ਨਹੀਂ ਲੱਗਿਆ? ਮੇਰੇ ਕੋਲ ਬਹੁਤ ਸਾਰੇ ਚੀਜ਼ਾਂ ਨੇ। ਫਿਰ ਸਾਡੇ ਜਿਹੜੇ ਕੂੜੇ ਕਰਕਟ ਦਾ ਸਾਰਾ ਸਿਸਟਮ, ਹੁਣ ਤੁਸੀਂ ਰੇਹੜੀ ਮਾਰਕੀਟ ਅਲੱਗ ਤੋਂ ਬਣ ਗਈ, ਕੀ ਉਹ ਚੱਲੀ? ਉਹ ਗੰਦਗੀ ਦਾ ਢੇਰ ਹੈ। ਜੇ ਉੱਥੇ ਕੁਛ ਰੇਹੜੀਆਂ ਲੱਗੀਆਂ ਵੀ ਹੋਈਆਂ ਨੇ, ਉਹ ਟੋਟਲ ਉੱਥੇ ਇੰਨੀ ਕੁ ਗੰਦਗੀ ਆ ਕਿ ਕਿਹੜਾ ਇਨਸਾਨ ਉੱਥੋਂ ਚੀਜ਼ ਖਰੀਦੇਗਾ ਤੇ ਕਿਹੜਾ ਉੱਥੋਂ ਲੈ ਕੇ ਖਾਏਗਾ। ਬਿਮਾਰੀਆਂ ਦਾ ਘਰ ਹੈ, ਉਹਦੇ ਤੇ ਕੰਮ ਹੋਏਗਾ। ਰੋਡਸ ਜਿਹੜਾ ਆ, ਮੈਂ ਰੋਡ ਕੰਸਟਰਕਸ਼ਨ ਦੇ ਵਿੱਚ ਆ, ਮੈਨੂੰ ਇਹਦੀ ਸਪੈਸੀਫਿਕੇਸ਼ਨ ਦਾ ਬਹੁਤ ਬਰੀਕੀ ਦੇ ਨਾਲ ਪਤਾ। ਇਹ ਜਿਹੜਾ ਸੀਵਰੇਜ ਪਾ ਕੇ ਛੱਡਿਆ ਗਿਆ, ਉਹ ਕਰੋੜਾਂ ਰੁਪਏ ਬਚਾਉਣ ਵਾਸਤੇ ਪਾ ਕੇ ਛੱਡਿਆ ਗਿਆ। ਅਦਰਵਾਈਜ਼ ਜਿਹੜਾ ਸੀਵਰੇਜ ਪੈਣ ਤੋਂ ਬਾਅਦ ਰੋਡ ਦੀ ਕੁਝ ਸੈਂਟੀਮੀਟਰ ਵਗੈਰਾ ਦੀ ਲੇਅਰ ਹੁੰਦੀ ਆ, ਜਿਹੜੀ ਪਾ ਕੇ ਤੁਸੀਂ ਨਾਲ ਦੀ ਨਾਲ ਰੋਲ ਕਰਕੇ ਮਿੱਟੀ ਨੂੰ ਸੇਮ ਤੁਸੀਂ ਇੱਕ ਰਾਤ ਦੇ ਵਿੱਚ ਵੀ ਜਿਹੜਾ ਸੀਵਰੇਜ ਪਾਇਆ ਹੋਇਆ ਨਾ, ਉਹਦੀ ਰੋਡ ਤੁਸੀਂ ਸਵੇਰ ਨੂੰ ਤਿਆਰ ਕਰ ਸਕਦੇ ਹੋ। ਪਰ ਇਹਨਾਂ ਲੋਕਾਂ ਨੇ ਜਿਹੋ ਜਿਹੇ ਢੰਗ ਤਰੀਕੇ ਬਣਾਏ ਹੋਏ, ਸਿਰਫ ਪੈਸਾ ਬਚਾਉਣ ਦੀਆਂ ਖੇਡਾਂ, ਲੱਖਾਂ ਜ਼ਿੰਦਗੀਆਂ ਨਾਲ ਇਹ ਲੋਕ ਖੇਡਦੇ। ਕਿੰਨੇ ਲੋਕਾਂ ਦੇ ਰੋਜ਼ ਐਕਸੀਡੈਂਟ ਹੁੰਦੇ ਆ, ਕੋਈ ਡਿੱਗਦੇ ਨੇ। ਸ਼ਹਿਰ ਦੀ ਦਿੱਖ ਕੀ ਹੈ, ਔਰ ਸਾਡਾ ਦੁਨੀਆ ਦੇ ਵਿੱਚ ਨਾਂ ਕੀ ਚੱਲਦਾ ਸ਼ਹਿਰ ਦਾ, ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਇਹਦੀ। ਇਹ ਰਾਤੋਂ ਰਾਤ ਹੋਣ ਵਾਲੇ ਕੰਮ ਨੇ ਜਿਹੜੇ, ਉਹਨਾਂ ਨੂੰ ਮਹੀਨਿਆਂ ਤੇ ਲਟਕਾਇਆ ਜਾਂਦਾ। ਮੈਂ ਇੱਕ ਦਿਨ ਐਜੀਟੇਸ਼ਨ ਵੀ ਕੀਤੀ ਸੀ ਕਿ ਟਰਾਲੀਆਂ ਇਸ ਵੇਲੇ ਤੁਸੀਂ ਬਾਰਿਸ਼ਾਂ ਹੋ ਰਹੀਆਂ, ਸ਼ਾਇਦ ਤੁਸੀਂ ਬਾਹਰਲੀਆਂ ਸੜਕਾਂ ਤੇ ਘੱਟ ਨਿਕਲਦੇ ਹੋਵੋਗੇ, ਸ਼ਹਿਰ ਦੇ ਵਿੱਚ ਤੁਹਾਡਾ ਚੱਲਦਾ, ਪਰ ਅਸੀਂ ਰੋਜ਼ ਦੇਖਦੇ ਹਾਂ, ਰੋਜ਼ ਸਫ਼ਰ ਕਰਦੇ ਹਾਂ ਕਿ ਹਾਲਾਤ ਕਿੰਨੇ ਬਦਤਰ ਨੇ ਨਕੋਦਰ ਦੇ। ਕੀ ਇਹਨਾਂ ਕੋਲ ਪੈਸੇ ਨਹੀਂ ਹੈ ਸੀਵਰੇਜ ਤੇ? ਕੀ ਇਹਨਾਂ ਦੀਆਂ ਸੜਕਾਂ ਬਣਾਉਣ ਲਈ? ਕਿਉਂਕਿ ਜਵਾਬਦੇਹੀ ਕੋਈ ਨਹੀਂ ਹੈ। ਕਮੇਟੀ ਇੱਕ ਕਿਸਮ ਦਾ ਐ ਲੱਗਦਾ ਕਿ ਵੀ ਸਿਰਫ ਇੱਕ ਡੰਮੀ ਹੈ, ਪਤਾ ਨਹੀਂ ਕਿੱਥੋਂ ਚੱਲਦੀ ਹੈ, ਪਤਾ ਨਹੀਂ ਕਿਹੜੇ ਪਰਸਨ ਨੇ ਉਹ ਜਿਹਨਾਂ ਦੀ ਇਹ ਰਿਸਪੌਂਸਿਬਿਲਿਟੀ ਹੈ ਵੀ ਹੈ ਕਿ ਨਹੀਂ ਹੈ ਕਿਸੇ ਦੀ। ਇਹ ਸਾਰੀਆਂ ਚੀਜ਼ਾਂ ਨੂੰ ਇੱਕਦਮ ਤੋਂ ਸਿਸਟੇਮੈਟਿਕਲੀ ਢੰਗ ਦੇ ਨਾਲ ਚਲਾਉਣਾ ਪਏਗਾ, ਇੱਕ ਸਿਸਟਮ ਬਣਾਉਣਾ ਪਏਗਾ।
ਜਿਹਦੇ ਵਾਸਤੇ ਮੇਰੇ ਕੋਲ ਬਕਾਇਦਾ ਸਾਰੇ ਤਰੀਕੇ ਢੰਗ ਤਰੀਕੇ ਤੁਹਾਡੀ ਸਭ ਦੀ ਸੁਜੈਸ਼ਨ ਦੇ ਨਾਲ ਅਸੀਂ ਇਹਨੂੰ ਅੱਗੇ ਲੈ ਕੇ ਜਾਣਾ। ਮੇਰਾ ਕਿ ਨਕੋਦਰ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ। ਦੁਨੀਆ ਭਰ ਤੋਂ ਲੋਕ ਸਾਡੇ ਇੱਥੇ ਆਉਂਦੇ ਆ। ਇੱਕ ਤੀਰਥ ਸਥਲ ਬਣ ਗਿਆ। ਇਹ ਤੀਰਥ ਸਥਲ ਵਾਸਤੇ ਜਿੰਨੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਰੋਜ਼ ਆਉਂਦੇ ਆ, ਉਹਦੇ ਵਾਸਤੇ ਸਾਨੂੰ ਸ਼ਹਿਰ ਦੇ ਬਾਜ਼ਾਰਾਂ ਤੋਂ ਇਲਾਵਾ ਕੁਛ ਨਾ ਕੁਛ ਇਹਦੇ ਵਾਸਤੇ ਸੋਚਣਾ ਪੈਣਾ, ਉਹਦੇ ਵਾਸਤੇ ਪਲਾਨ ਕਰਨਾ ਪੈਣਾ। ਆਪਾਂ ਮਿਲ ਕੇ ਕਰਾਂਗੇ ਕਿ ਆਵਾਜਾਈ ਜਿਹੜੀ ਆ ਵੱਧ ਤੋਂ ਬਦਤਰ ਹੋਈ ਸ਼ਹਿਰ ਜਿਹਨੇ ਵਪਾਰ ਨੂੰ ਪ੍ਰਭਾਵਿਤ ਕੀਤਾ। ਸਭ ਤੋਂ ਵੱਡੀ ਗੱਲ ਕਿ ਜਦੋਂ ਇਹ ਦਿਨ ਸ਼ਹਿਰ ਦੇ 2 ਦਿਨ ਨੇ, ਐਤਵਾਰ ਤੇ ਵੀਰਵਾਰ, ਜਿਹੜਾ ਵਪਾਰੀਆਂ ਵਾਸਤੇ ਬਿਲਕੁਲ ਇੱਕ ਕਿਸਮ ਦਾ ਉਹ ਮੰਨ ਕੇ ਚੱਲਦੇ ਆ ਕਿ ਉਹਨਾਂ ਦਾ ਹੈ ਹੀ ਨਹੀਂ, ਦਿਨ ਹੀ ਨਹੀਂ ਹੈਗੇ ਉਹਨਾਂ ਵਾਸਤੇ। ਪਰ ਇਹ ਨਹੀਂ ਕਿ ਅਸੀਂ ਸਾਡੇ ਸ਼ਹਿਰ ਦੇ ਵਿੱਚ ਕੋਈ ਆਵੇ ਨਾ, ਸ਼ਹਿਰ 'ਚ ਦੁਨੀਆ ਆਵੇ, ਸ਼ਹਿਰ ਸਾਡੇ ਦਾ ਨਾਮ ਰੋਸ਼ਨ ਹੁੰਦਾ, ਦੁਨੀਆ ਦੇ ਵਿੱਚ ਹੁੰਦਾ। ਪਰ ਉਹਨੂੰ ਕੀ ਹਜੇ ਤੱਕ ਇਹ ਨਹੀਂ ਇਹਨਾਂ ਦੇ ਕੋਲ ਕੋਈ ਪਲੈਨਿੰਗ ਕਿ ਵੀ ਆਪਾਂ ਉਹਨੂੰ ਕਿਉਂ ਨਹੀਂ ਕਰ ਲੈਂਦੇ, ਉਹਦੀ ਟ੍ਰੈਫਿਕ ਦਾ ਕੋਈ ਸਾਧਨ ਕਿਉਂ ਨਹੀਂ ਬਣ ਜਾਂਦਾ। ਕਰਨਾ ਤੇ ਪ੍ਰਸ਼ਾਸਨ ਨੇ ਹੈ ਨਾ, ਕਮੇਟੀ ਉਹਦੇ ਵਾਸਤੇ ਕੀ ਕਰਦੀ ਹੈ? ਜਵਾਬਦੇਹੀ ਸਭ ਦੀ ਬਣਦੀ ਆ ਔਰ ਇਹ ਜਵਾਬਦੇਹੀ ਸਭ ਦੀ ਹੋਏਗੀ। ਮੇਰਾ ਮਕਸਦ ਆਪਣੇ ਸ਼ਹਿਰ ਨੂੰ ਬਹੁਤ ਸੋਹਣਾ, ਬਹੁਤ ਸੁੰਦਰ, ਇੱਕ ਬਕਾਇਦਾ ਆਪਾਂ ਇਹਨੂੰ ਪਲਾਨ ਕਰਕੇ ਸਾਰਿਆਂ ਦੇ ਸਾਹਮਣੇ ਆਪਾਂ ਕਰਾਂਗੇ, ਰਲ ਕੇ ਕਰਾਂਗੇ। ਪਰ ਇਹਨੂੰ ਇਦਾਂ ਨਹੀਂ ਜੀ, ਮਾਸਟਰ ਪਲਾਨ ਤੋਂ ਬਿਨਾਂ ਕੋਈ ਡਿਵੈਲਪਮੈਂਟ ਨਹੀਂ ਹੋਏਗੀ। ਮਾਸਟਰ ਪਲਾਨ ਦੇ ਨਾਲ ਕਾਰ ਪਾਰਕਿੰਗ ਹੋਣਗੀਆਂ, ਬਕਾਇਦਾ ਪਾਰਕਿੰਗ ਹੋਣਗੀਆਂ ਸ਼ਹਿਰ ਦੇ ਵਿੱਚ। ਇੱਕ ਮੈਂ ਬਹੁਤ ਟਾਈਮ ਪਹਿਲਾਂ ਇੱਕ ਡਰੇਨ ਦੇਖਦੀ ਹੁੰਦੀ ਸੀ, ਜਿਹਦੇ ਤਹਿਤ ਨਾ ਜਿਹਦੇ ਵਿੱਚ ਉਹ ਬਹੁਤ ਜ਼ਿਆਦਾ ਗੰਦਗੀ ਇੱਕ ਵਾਰੀ ਫੈਲ ਗਈ ਸੀ ਤੇ ਉਹਦੇ ਨਾਲ ਸ਼ਹਿਰ 'ਚ ਬਿਮਾਰੀਆਂ ਵੀ ਪੈਦਾ ਹੋਈਆਂ ਸੀ। ਉਹ ਜਿਉਂਦੀ ਤਿਉਂ ਪਈ ਆ। ਮੈਨੂੰ ਇੰਨਾ ਪਤਾ ਕਿ ਉਹਦੇ ਪੈਸੇ ਵੀ ਆਏ ਹੋਏ ਨੇ, ਉਹਦਾ ਟੈਂਡਰ ਵੀ ਲੱਗਿਆ ਹੋਇਆ, ਜਾਂ ਉਹ ਟੈਂਡਰ ਲੱਗ ਕੇ ਹਜੇ ਤੱਕ ਕੈਂਸਲ ਤੇ ਹੋਇਆ ਨਹੀਂ, ਫਿਰ ਉਹਦੇ ਪੈਸੇ ਕਿੱਥੇ? ਮੇ ਵੀ 90-95 ਲੱਖ ਰੁਪਏ ਦਾ ਉਹ ਕੰਮ ਹੈ ਜਿਹੜਾ ਜਿੱਥੇ ਰੋਡ ਬਣਨੀ ਚਾਹੀਦੀ ਸੀ ਹੁਣ ਤੱਕ ਨਹੀਂ ਬਣ ਪਾਈ। ਔਰ ਇੱਕ ਹੋਰ ਮੁੱਖ ਕੰਮ ਕਰਨ ਵਾਲਾ ਕਿ ਸ਼ਹਿਰ ਦੀਆਂ ਜਿਹੜੀਆਂ ਵਾਟਰ ਸਪਲਾਈ ਹੈ ਨਾ, ਉਹ ਨਾਲੀਆਂ ਦੇ ਵਿੱਚ ਦੀ ਹੋ ਕੇ ਜਾਂਦੀ। ਨਾਲੀਆਂ ਦੇ ਵਿੱਚ ਦੀ ਜਾਣ ਵਾਲੀਆਂ ਜਿਹੜੀਆਂ ਪਾਈਪਾਂ ਨੇ ਉਹ ਕਦੀ ਨਾ ਕਦੀ ਲੀਕ ਹੋ ਜਾਂਦੀਆਂ। ਲੀਕ ਹੋਈਆਂ ਪਾਈਪਾਂ ਦੇ ਨਾਲ ਗੰਦਾ ਪਾਣੀ ਜਿਹੜਾ ਆ ਉਹ ਲੋਕਾਂ ਨੂੰ ਪਹੁੰਚਦਾ, ਬਿਮਾਰੀਆਂ। ਜੇ ਪਿਛਲੇ ਸਮੇਂ ਦੇ ਵਿੱਚ ਸਭ ਤੋਂ ਵੱਧ ਡੇਂਗੂ ਦਾ ਸ਼ਿਕਾਰ ਲੋਕ ਹੋ ਗਏ, ਜਗ੍ਹਾ ਜਗ੍ਹਾ ਖੜਾ ਪਾਣੀ ਆ। ਔਰ ਮੈਂ ਇਹਨੂੰ ਬਸ ਮੇਰਾ ਇੱਕ ਸੁਪਨਾ ਹੈ ਜੀ ਨਕੋਦਰ ਸ਼ਹਿਰ ਨੂੰ ਬਹੁਤ ਸੋਹਣਾ ਬਣਾਉਣ ਦਾ। ਔਰ ਮੈਨੂੰ ਪਤਾ ਹੈ ਕਿ ਤੁਹਾਨੂੰ ਸਭ ਨੂੰ ਨਾਲ ਲੈ ਕੇ ਮੈਂ ਇਹ ਕੰਮ ਕਰ ਸਕਦੀ ਹਾਂ, ਕਿਉਂਕਿ ਮੈਂ ਕੀਤਾ ਹੋਇਆ ਆਪਣਾ। ਬਹੁਤ ਸੁੰਦਰ ਦਿੱਖ ਹੋਣੀ ਚਾਹੀਦੀ ਹੈ, ਕਿਉਂਕਿ ਲੱਖਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਆ ਸਾਡੇ ਕੋਲ ਪਹੁੰਚਦੇ ਆ। ਅਸੀਂ ਉਹਨਾਂ ਦਾ ਸਵਾਗਤ ਜਿਹੜਾ ਸਾਨੂੰ ਦੋਹਾਂ ਹੱਥਾਂ ਨਾਲ ਤੇ ਚੰਗੀਆਂ ਸੜਕਾਂ ਤੇ ਚੰਗੇ ਗੇਟ ਦਰਵਾਜ਼ੇ ਜਿਹੜੇ ਇਸ ਸ਼ਹਿਰ ਨੂੰ ਮਿਲਣ, ਦੱਸਣ ਕਿ ਇਹ ਨੇਕੀ ਦਾ ਦਰ ਹੈ। ਇੱਦਾਂ ਸਾਡੇ ਨੂਰ ਮਹਿਲ ਦਾ ਹਾਲ, ਨੂਰ ਮਹਿਲ ਦੇ ਵਿੱਚ ਡਿਵੈਲਪਮੈਂਟ ਦੇ ਨਾਂ ਤੇ ਕੋਈ ਕੁਛ ਹੋਇਆ ਨਹੀਂ। ਉੱਥੇ ਨੂਰ ਮਹਿਲ ਸ਼ਹਿਰ ਬਹੁਤ ਸਾਰਾ ਵੱਧ ਨਹੀਂ ਸਕਿਆ, ਇੱਕ ਕੰਪੈਕਟ ਜਿਹਾ ਹੋ ਕੇ ਰਹਿ ਗਿਆ। ਔਰ ਤੁਸੀਂ ਹੈਰਾਨ ਹੋਵੋਗੇ ਕਿ ਉੱਥੇ ਨਾ ਸਰਕਾਰੀ ਸਕੂਲ ਨਹੀਂ ਹੈ। ਪੂਰੇ ਸ਼ਹਿਰ ਦੀ 25-30 ਹਜ਼ਾਰ ਦੀ ਆਬਾਦੀ ਆ ਉੱਥੇ, ਔਰ ਉਹਨਾਂ ਦੇ ਕੋਲ ਇੱਕ ਨਾਂ ਦਾ ਸਿਰਫ ਸਰਕਾਰੀ ਸਕੂਲ ਸੀ। ਤਹਿਸੀਲ ਦੇ ਉਹ ਆਪਣੇ ਸਰਾਂ ਦੇ ਵਿੱਚੋਂ ਕੱਢ ਕੇ ਉਹ ਬਾਹਰ ਲੈ ਕੇ ਆਏ ਸੀ ਉਹਨੂੰ, ਇੱਕ ਛੋਟੇ ਜਿਹਾ ਸਕੂਲ ਨੂੰ। ਔਰ ਉੱਥੇ ਹੁਣ 125 ਕਰੋੜ ਦੇ ਨਾਲ ਇੱਕ ਸਕੂਲ ਬਣਿਆ ਹੋਇਆ ਜੀ, ਜਿਹਦੀ ਬਿਲਡਿੰਗ ਅਧੂਰੀ ਪਈ ਹੈ। ਉਹਨੂੰ ਪਤਾ ਨਹੀਂ ਕਿਹੜੀਆਂ ਇਹਨਾਂ ਦੇ ਜਾਤੀ ਮਫਾਦ ਪੋਲੀਟੀਕਲ ਪਾਰਟੀਆਂ ਦੇ ਹੋਣਗੇ ਕਿ ਉਹਨੂੰ ਬੰਦ ਕਰਵਾਇਆ ਗਿਆ। 125 ਕਰੋੜ ਰੁਪਈਆ ਲਗਾ ਕੇ ਸਕੂਲ ਬੰਦ ਪਿਆ, ਔਰ 25-30 ਹਜ਼ਾਰ ਲੋਕਾਂ ਵਾਸਤੇ ਇੱਕ ਵੀ ਸਰਕਾਰੀ ਸਕੂਲ ਨਹੀਂ ਹੈ। ਸੋਚੋ ਹੁਣ ਕਿ ਉਹਦੇ ਵਿੱਚ ਚਲੋ ਕੁਛ ਨਾ ਕੁਛ ਕਰਕੇ ਆਪਣੇ ਜਿਹੜੇ ਕੁਝ ਥੋੜਾ ਬਹੁਤਾ ਵੀ ਬੱਚੇ ਤਾਂ ਅਗਲੇ ਨੇ ਪੜ੍ਹਾਉਣੇ ਆ। ਬਹੁਤ ਸਾਰੇ ਏਰੀਏ ਨੇ ਜਿਹੜੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਵਾਂਝੇ ਬੈਠੇ। ਨਾਲ ਦੀ ਨਾਲ ਉਹਨਾਂ ਦਾ ਸਿਵਲ ਹਸਪੀਟਲ ਸਾਡੇ ਦੀ ਵੀ ਹਾਲਤ ਚੰਗੀ ਨਹੀਂ ਹੈ। ਇਹਨੂੰ ਆਮ ਆਦਮੀ ਪਾਰਟੀ ਦਾ ਏਜੰਡਾ ਜਿਹੜਾ ਨਾ ਮੁੱਖ ਤੌਰ ਤੇ ਉਹ 2 ਹੀ ਨੇ, ਬਾਕੀ ਸਾਰੀ ਤਾਂ ਡਿਵੈਲਪਮੈਂਟ ਹੈ ਤੇ ਨਾਲ ਨਾਲ ਚੱਲਦੀ ਆ, ਸਾਰੀਆਂ ਸਰਕਾਰਾਂ ਕਰਦੀਆਂ। ਮੁੱਖ ਤੌਰ ਤੇ 2 ਹੀ ਨੇ, ਐਜੂਕੇਸ਼ਨ ਤੇ ਹੈਲਥ, ਜਿਹਨੂੰ ਆਪਾਂ ਬਿਹਤਰ ਕਰਨਾ। ਤੁਹਾਡੇ ਸਹਿਯੋਗ ਦੀ ਜ਼ਰੂਰਤ ਪੈਣੀ ਹੈ।
ਔਰ ਨੂਰਮਹਿਲ ਦੇ ਵਿੱਚ ਇਹ ਜਿਹੜੀਆਂ ਦੋਨੋਂ ਚੀਜ਼ਾਂ, ਹਸਪੀਟਲ ਉੱਥੇ ਇੱਕ ਡਾਕਟਰ, ਇੱਕ ਉਹ ਵੀ ਮੈਂਟਲੀ ਸਟੇਬਲ ਨਹੀਂ ਲੱਗਦਾ। ਇੱਕ ਬਿਲਡਿੰਗ ਉੱਥੇ ਗੰਦੀ ਜਿਹੀ ਬਿਲਡਿੰਗ ਦੇ ਵਿੱਚ ਇੱਕ ਡਾਕਟਰ, ਕੋਈ ਦਵਾਈ ਨਹੀਂ, ਕੋਈ ਸਟਾਫ ਨਹੀਂ, ਕੋਈ ਕੁਛ ਨਹੀਂ, ਕੋਈ ਇੱਕ ਦੋ ਸਟਾਫ ਉੱਥੇ ਕੰਮ ਕਰਦਾ ਔਰ 70 ਪਿੰਡ ਲੱਗਦੇ ਉਸ ਹਸਪੀਟਲ ਨੂੰ। ਕੋਈ ਆਸਰਾ ਨਹੀਂ ਹੈ ਉਹਦੇ ਤੇ ਕੰਮ ਹੋਏਗਾ। ਬਿਲਗੇ ਵਾਲਿਆਂ ਨੇ ਕੋਈ ਡਿਮਾਂਡ ਨਹੀਂ ਕੀਤੀ। ਉਹਨਾਂ ਦੀਆਂ ਦੋ ਚੀਜ਼ਾਂ ਨੇ ਕਿ ਉਹਨਾਂ ਦੇ ਪਿੰਡ ਦੇ ਵਿੱਚ ਵਿਚਾਲੇ, ਹੁਣ ਉਹ ਟਾਊਨ ਬਣ ਗਿਆ, ਕਮੇਟੀ ਬਣ ਗਈ, ਉੱਥੇ 4-4, 5-5 ਏਕੜ ਦੇ ਛੱਪੜ ਉਹਨਾਂ ਦੇ ਵਿੱਚ ਵਿਚਾਲੇ ਬਣੇ ਹੋਏ ਨੇ, ਜਿੱਥੇ ਲੋਕ ਚਾਰ ਚਫੇਰੇ ਰਹਿੰਦੇ ਆ ਤੇ ਵਿੱਚ ਉਹਨਾਂ ਦੇ ਛੱਪੜ ਆ। ਦੇਖੋ ਅਸੀਂ ਕਿੱਥੋਂ ਕਿੱਥੇ ਪਹੁੰਚ ਗਏ, ਕਿਵੇਂ ਸਦੀ ਖਤਮ ਹੋਣ ਲੱਗੀ ਆ ਉਹਨਾਂ ਦੀ ਉਹ ਛੱਪੜਾਂ ਦੀ, ਕਿ ਇਹਨਾਂ ਨੂੰ ਅਸੀਂ ਉਹਨਾਂ ਨੂੰ ਟ੍ਰੀਟਮੈਂਟ ਲਗਾ ਕੇ ਛੱਪੜਾਂ ਨੂੰ ਕੋਈ ਬਾਹਰ, ਕਿਉਂਕਿ ਕਰੋੜਾਂ ਰੁਪਏ ਦੀ ਜਾਇਦਾਦ ਹੈ, ਉਹਦੇ ਤੋਂ ਇਲਾਵਾ ਬਾਹਰ ਨੂਰਮਹਿਲ ਨੂੰ ਕਿਤੇ ਦੂਰ ਜ਼ਮੀਨ ਖਰੀਦ ਕੇ ਉਹਨਾਂ ਦਾ ਉਹ ਕਰਨਾ ਬਣਦਾ, ਜਿਵੇਂ ਨਕੋਦਰ ਦਾ। ਔਰ ਇੱਕ ਉਹਨਾਂ ਨੇ ਰਿੰਗ ਰੋਡ ਦੀ ਡਿਮਾਂਡ ਕੀਤੀ ਹੋਈ ਹੈ। ਉਹ ਕਹਿੰਦੇ ਕਿ ਪਿਛਲੇ 20 ਸਾਲ ਤੋਂ ਸਾਡੇ ਕੋਲ ਵੋਟਾਂ ਜਿਹੜੀਆਂ ਉਹ ਰਿੰਗ ਰੋਡ ਦੇ ਲਈ ਲਈਆਂ ਜਾਂਦੀਆਂ ਨੇ ਕਿ ਤੁਹਾਨੂੰ ਬਣਾ ਕੇ ਦਿੱਤਾ ਜਾਏਗਾ। ਔਰ ਬਹੁਤ ਕੰਪੈਕਟ ਆ, ਅੰਦਰ ਅੰਦਰ ਵਸਿਆ ਹੋਇਆ, ਔਰ ਉਹਨੂੰ ਤਕਰੀਬਨ 10 ਅਪਰੋਚ ਲੱਗਦੀਆਂ ਆਸੇ ਪਾਸੇ ਤੋਂ ਪਿੰਡਾਂ ਦੇ ਉੱਪਰ। ਔਰ ਉਹਨਾਂ ਨੂੰ ਉਹ ਸਾਰੀਆਂ ਅਪਰੋਚ ਜਿਹੜੀਆਂ ਜਾ ਕੇ ਬਾਜ਼ਾਰ ਦੇ ਵਿੱਚ ਜਾਂਦੀਆਂ, ਜਿਹੜੀ ਕੋਈ ਉਹਨਾਂ ਦੀ ਪਹਿਲਾਂ ਦੀ ਫਿਰਨੀ ਬਣੀ ਹੋਊਗੀ ਜਿਵੇਂ ਪਿੰਡਾਂ ਦੇ ਵਿੱਚ ਹੁੰਦੀਆਂ ਸੀ। ਔਰ ਉਹਨਾਂ ਦੀ ਇਹ ਡਿਮਾਂਡ ਜਾਇਜ਼ ਵੀ ਆ ਔਰ ਇਹ ਕਰਨ ਵਾਲਾ ਕੰਮ ਵੀ ਹੈ। ਇਹਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਣਾ। ਐਜੂਕੇਸ਼ਨ, ਹੈਲਥ, ਸਾਫ ਸੁਥਰੀ ਦਿੱਖ, ਔਰ ਇਹ ਮੁੱਖ ਏਜੰਡੇ ਨੇ ਆਮ ਆਦਮੀ ਪਾਰਟੀ ਦੇ, ਜਿਹਦੇ ਤਹਿਤ ਆਪਾਂ ਸਾਰੇ ਮਿਲ ਕੇ ਕੰਮ ਕਰਨਾ। ਤੁਹਾਡੀ ਸਪੋਰਟ ਦੀ ਜ਼ਰੂਰਤ ਪਏਗੀ ਔਰ ਨੋ ਡਾਊਟ ਮੈਨੂੰ ਸਾਰਾ ਸ਼ਹਿਰ ਬਹੁਤ ਸਪੋਰਟ ਕਰ ਰਿਹਾ। ਮੈਂ ਬਹੁਤ ਖੁਸ਼ ਹਾਂ ਇਸ ਵੇਲੇ ਕਿ ਮੈਨੂੰ ਜਿਵੇਂ ਇੱਕ ਬੱਚੇ ਨੂੰ ਸੰਭਾਲਿਆ ਜਾਂਦਾ ਨਾ, ਸ਼ਹਿਰ ਨੇ ਮੈਨੂੰ ਇੱਦਾਂ ਸੰਭਾਲਿਆ, ਕਿਉਂਕਿ ਮੈਂ ਬਹੁਤ ਐਕਸਪਰਟ ਨਹੀਂ ਹੈ, ਮੈਂ ਵੱਡੀਆਂ ਇਲੈਕਸ਼ਨਸ ਨਹੀਂ ਲੜੀਆਂ, ਪਰ ਜਿਵੇਂ ਲੋਕ ਕਹਿੰਦੇ ਹੁੰਦੇ ਸੀ ਕਿ ਇਲੈਕਸ਼ਨ ਲੜਨੀ ਬੜੀ ਔਖੀ ਆ, ਇੱਦਾਂ ਨਹੀਂ ਹੁੰਦਾ, ਇੱਦਾਂ ਨਹੀਂ ਹੁੰਦਾ, ਮੈਨੂੰ ਇੰਨਾ ਪਿਆਰ ਕਰਦੇ ਸਾਰੇ, ਮੈਨੂੰ ਇਸ ਤਰ੍ਹਾਂ ਸੰਭਾਲਿਆ ਹੋਇਆ ਕਿ ਮੈਂ ਉੱਪਰ ਫਿਰਦੀ ਹਾਂ ਤੇ ਮੈਨੂੰ ਦਿਨ ਰਾਤ ਦੀ ਮਿਹਨਤ ਦਾ ਪਤਾ ਵੀ ਨਹੀਂ ਲੱਗਦਾ। ਦਿਨ ਰਾਤ ਲੱਗ ਰਿਹਾ ਇਸ ਵੇਲੇ, ਨੋ ਡਾਊਟ ਲੱਗਣਾ, ਕਿਉਂਕਿ ਮੈਂ ਹਰ ਇੱਕ ਤੱਕ ਅਪਰੋਚ ਕਰਨਾ ਚਾਹੁੰਦੀ। ਇੱਕ ਹੋਰ ਚੀਜ਼, ਮੈਂ ਹਰ ਇਨਸਾਨ ਨਾਲ ਰਾਬਤਾ ਸਿੱਧਾ ਰੱਖਣਾ ਚਾਹੁੰਦੀ। ਇਹ ਨਹੀਂ ਕਿ 2-4 ਲੀਡਰ ਜਿਹੜੇ ਆ ਉਹ ਤੁਹਾਨੂੰ, ਉਹਨਾਂ ਤੋਂ ਬਿਨਾਂ ਤੁਸੀਂ ਕਿਸੇ ਨੂੰ ਮਿਲ ਨਹੀਂ ਸਕਦੇ। ਤੁਸੀਂ ਤਾਂ ਹਸਤੀਆਂ ਹੀ ਸਾਰੀਆਂ ਆਪਣੇ ਆਪ ਦੇ ਵਿੱਚ ਮਹਾਨ ਹੋ ਤੇ ਤੁਹਾਡਾ ਤੇ ਆਪਣੀ ਬਣਦੀ ਆ, ਪਰ ਮੈਂ ਬਹੁਤੇ ਪਿੰਡਾਂ ਦੇ ਵਿੱਚ, ਮੁਹੱਲਿਆਂ ਦੇ ਵਿੱਚ ਲੋਕ ਇਸ ਚੀਜ਼ ਤੋਂ ਪਰੇਸ਼ਾਨ ਆ ਕਿ ਉਹਨਾਂ ਦਾ ਪੋਲੀਟੀਕਲ ਲੀਡਰ ਨਾਲ ਰਾਬਤਾ ਨਹੀਂ ਹੋ ਸਕਦਾ, ਕੋਈ ਕਰਨ ਹੀ ਨਹੀਂ ਦਿੰਦਾ। ਦੂਸਰੀ ਚੀਜ਼ ਇਹ ਕਿ ਉਹਨਾਂ ਦੀ ਅਪਰੋਚ ਜਿਹੜੀ ਹੈ ਨਾ, ਉਹ ਸ਼ਹਿਰ ਤੋਂ ਹੁਣ 20-25 ਕਿਲੋਮੀਟਰ, 30 ਕਿਲੋਮੀਟਰ ਦੂਰ ਇੱਕ ਜੇ ਸਧਾਰਨ ਇਨਸਾਨ ਨੂੰ ਕੰਮ ਪੈਂਦਾ ਤਾਂ ਉਹ ਕਿਵੇਂ ਜਾਏਗਾ। ਇਹ ਅਪਰੋਚ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਅਪਰੋਚ ਮੇਰੀ ਵੈਸੇ ਈਜ਼ੀ ਆ ਕਿਉਂਕਿ ਮੈਂ ਤੁਹਾਡੇ ਕੋਲ ਬੈਠੀ ਹਾਂ 2 ਕਿਲੋਮੀਟਰ ਤੇ, ਦਿਨ ਰਾਤ ਦਾ ਰਾਬਤਾ ਰਹੇਗਾ ਤੁਹਾਡੇ ਨਾਲ, ਔਰ ਤੁਹਾਡੀ ਸਪੋਰਟ ਜਿਹੜੀ ਐਕਸਪੈਕਟ ਕਰਦੀ ਹਾਂ ਮੈਂ। ਔਰ ਆਉਣ ਵਾਲਾ ਟਾਈਮ ਮਿਲ ਜੁਲ ਕੇ ਅਸੀਂ ਇੱਕ ਅੱਛਾ ਸਮਾਜ ਸਿਰਜੀ, ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਲਈਏ। ਜੇ ਕੋਈ ਸੁਧਾਰ ਹੋਣਾ ਹੁੰਦਾ, ਜੇ ਕੁਝ ਕਰ ਸਕਣਾ ਹੁੰਦਾ ਤੇ 75 ਸਾਲ ਬਹੁਤ ਹੁੰਦੇ। 40 ਸਾਲ ਇੱਕ ਪਾਰਟੀ ਨੇ ਲੈ ਲਏ, 35 ਸਾਲ ਇੱਕ ਪਾਰਟੀ ਨੇ ਲੈ ਲਏ ਤੇ ਹਾਲਾਤ ਬਦ ਤੋਂ ਬਦਤਰ। ਇਸ ਕਰਕੇ ਇੱਕ ਚੇਂਜ, ਇੱਕ ਬਦਲ ਵਾਸਤੇ ਮੈਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਪਊਗੀ। ਮੈਂ ਤੁਹਾਡੇ ਕੋਲੋਂ ਵੀ ਹੁਣ ਵੀ ਇਸ ਟਾਈਮ ਵੀ ਮੈਂ ਚਾਹੂੰਗੀ ਕਿ ਤੁਸੀਂ ਜ਼ਰੂਰ ਕੁਝ ਮੈਨੂੰ ਕਹੋ, ਆਪਣੇ ਸੁਝਾਅ ਦਿਓ, ਆਪਣੀਆਂ ਸ਼ਹਿਰ ਦੀਆਂ ਡਿਮਾਂਡਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੀ ਜ਼ਰੂਰ ਕਰੋ। ਔਰ ਇਹੀ ਮੇਰਾ ਰਵੱਈਆ ਪੂਰੀ ਕੈਂਪੇਨ ਦੇ ਵਿੱਚ ਹੈ ਕਿ ਜਿੱਥੇ ਮੈਂ ਜਾ ਕੇ ਬੈਠਦੀ, ਮੈਂ ਸਿਰਫ ਸਪੀਚ ਕਰਕੇ ਵਾਪਸ ਨਹੀਂ ਆਉਂਦੀ। ਮੈਂ ਪਹਿਲਾਂ ਉਹਨਾਂ ਨੂੰ ਕਹਿੰਦੀ ਕਿ ਪਹਿਲਾਂ ਤੁਸੀਂ ਸਵਾਲ ਜਵਾਬ ਕਰੋ। ਸਵਾਲ ਜਵਾਬ ਕਰਨ ਦੀ ਆਦਤ ਪਾ ਲੈਣੀ ਚਾਹੀਦੀ ਹੈ। ਪੁੱਛਣਾ ਚਾਹੀਦਾ ਕਿ ਕੀ ਕਰੋਗੇ, ਕਿਵੇਂ ਕਰੋਗੇ। ਔਰ ਇੱਕ ਹੋਰ ਚੀਜ਼ ਜਿਹੜੀ ਮੈਂ ਪਿੰਡਾਂ 'ਚ ਨੁਮਾਇੰਦੇ ਦਾ ਰਿਪੋਰਟ ਕਾਰਡ ਪੇਸ਼ ਹੋਣਾ ਚਾਹੀਦਾ। ਭੋਗ ਤੇ ਵਿਆਹ ਤੋਂ ਇਹਨਾਂ ਨੂੰ ਛੁੱਟੀ ਦੇ ਦਿਓ, ਚੁਣਿਆ ਹੋਇਆ ਨਾ ਬੁਲਾਓ। ਮੇਰੀ ਰਿਕੁਐਸਟ ਹੈ, ਤੁਹਾਨੂੰ ਹੱਥ ਜੋੜ ਕੇ ਰਿਕੁਐਸਟ ਹੈ ਕਿ ਇਹਨਾਂ ਨੂੰ ਭੋਗਾਂ ਵਿਆਹਾਂ ਤੇ ਨਾ ਬੁਲਾਓ, ਕੰਮ ਕਰਾਓ। ਇਹ ਜ਼ਰੂਰੀ ਹੋਣਾ ਚਾਹੀਦਾ ਕਿ ਚੁਣਿਆ ਹੋਇਆ ਨੁਮਾਇੰਦਾ ਆਪਣੇ ਹਲਕੇ ਨੂੰ ਐਟਲੀਸਟ 3 ਦਿਨ ਹਫ਼ਤੇ ਦੇ ਸਵੇਰੇ 10 ਵਜੇ ਤੋਂ 2-3 ਵਜੇ ਤੱਕ ਬਕਾਇਦਾ ਬੈਠ ਕੇ ਦਫ਼ਤਰ ਦੇ ਵਿੱਚ ਸਮਾਂ ਦੇਵੇ ਤਾਂ ਕਿ ਹਰ ਬੰਦਾ ਅਪਰੋਚ ਕਰ ਸਕੇ।
ਭੋਗ ਵਿਆਹਾਂ ਤੇ ਆ ਕੇ ਸਮਾਂ ਆਪਣਾ ਸਾਰਾ ਲਾ ਕੇ ਤੇ ਸਾਡਾ ਕੀਮਤੀ ਜਿਹੜਾ ਸਮਾਂ ਉਹ ਖਾ ਜਾਂਦੇ ਆ, ਆਪਾਂ ਉਹਦੇ ਤੋਂ ਗੁਰੇਜ਼ ਕਰਨੀ ਆ। ਮੈਂ ਤੁਹਾਨੂੰ ਇਹ ਜ਼ਰੂਰ ਬੇਨਤੀ ਕਰਦੀ ਹਾਂ ਕਿ ਕਲਚਰ ਬਦਲਣਾ ਪੈਣਾ ਸਾਨੂੰ। ਜੇ ਕੰਮ ਦੇ ਨਾਲ ਹੀ ਸੁਧਾਰ ਹੋਣਾ, ਕੰਮ ਦੇ ਨਾਲ ਹੀ ਅਸੀਂ ਸਰਵਾਈਵ ਕਰਨਾ, ਅੱਗੋਂ ਇਸ ਕਲਚਰ ਤੋਂ ਨਿਜਾਤ ਪਾਈਏ ਤੇ ਕੰਮ ਵੱਲ ਨੂੰ ਚੱਲੀਏ। ਤੇ ਕੰਮ ਮੈਨੂੰ ਤੁਹਾਡੇ ਸਭ ਦੀ ਸਪੋਰਟ ਦੀ ਜ਼ਰੂਰਤ ਹੈ। ਧੰਨਵਾਦ ਜੀ। हजारों दिए चाहिए एक आरती सजाने के लिए और अनगिनत बूंदे चाहिए एक समुंदर बनाने के लिए, लेकिन एक ही स्त्री काफी है घर को स्वर्ग बनाने के लिए।